ਸੋ ਇਸ ਚਿਹਰੇ ਨੂੰ ਦੇਖ ਕੇ ਬਿਲਕੁਲ ਇਹ ਸਵਾਲ ਦਿਲ ਦੇ ਵਿੱਚ ਜ਼ਰੂਰ ਆਉਂਦਾ ਹੈ ਕਿ ਕੀ ਇਸ ਦਾ ਹੱਕ ਨਹੀਂ ਸੀ ਕਿ ਆਪਣੇ ਮਾਪੇ ਦੀ ਗੋਦ ਦੇ ਵਿੱਚ ਪਲੇ। ਅਸੀਂ ਸ਼ੁਕਰ ਕਰਦੇ ਹਾਂ ਕਿ ਬੀਬੀ ਰਜਿੰਦਰ ਕੌਰ ਜੈਸੇ ਕੁਝ ਲੋਕ ਇੱਥੇ ਸਾਡੇ ਕੋਲ ਨੇ ਜੋ ਮਾਂ ਦਾ ਪਿਆਰ ਜਿਹੜਾ ਹੈ ਉਹਨਾਂ ਬੱਚਿਆਂ ਨੂੰ ਵੀ ਦਿੰਦੇ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਂ ਦਾ ਸਾਇਆ ਨਹੀਂ ਹੁੰਦਾ। ਇਹ 11 ਤਰੀਕ ਨੂੰ 3:50 ਤੇ ਕ੍ਰੈਡਲ ਦੇ ਵਿੱਚ ਆਈ ਹੈ ਬੱਚੀ। ਤੇ ਜਿੱਦਾਂ ਹੀ ਪਤਾ ਲੱਗਿਆ ਕਿਉਂਕਿ ਉੱਥੇ ਅਸੀਂ ਸੈਂਸਰ ਲਗਾਏ ਹੋਏ ਆ ਤੇ ਰਿਸੈਪਸ਼ਨ ਤੇ ਸਿਕਿਉਰਿਟੀ ਤੇ ਬੈਲਾਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਜਦੋਂ ਹੀ ਬੱਚਾ ਆਉਂਦਾ ਹੈਗਾ। ਤੇ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਕਿਉਂਕਿ ਸਾਨੂੰ 1 ਮਿੰਟ ਦੇਣਾ ਹੁੰਦਾ ਵੀ ਜਿਹੜਾ ਪਾ ਕੇ ਗਿਆ ਹੈਗਾ ਉਹਨੂੰ ਜਾ ਲੈਣ ਦਈਏ। ਜਦੋਂ ਦੀ ਬੱਚੀ ਆਈ ਹੈਗੀ ਹੈ ਤਕਰੀਬਨ ਹਜ਼ਾਰਾਂ ਦੀ ਤਾਦਾਦ ਵਿੱਚ ਰੈਗੂਲਰ ਕਾਲਸ ਆ ਰਹੀਆਂ, ਨੇੜੇ ਤੇੜੇ ਤੋਂ ਨਹੀਂ, ਬਾਹਰਲੀਆਂ ਸਟੇਟਸ ਤੋਂ, ਈਵਨ ਕਿ ਬਾਹਰਲੇ ਕੰਟਰੀਜ਼ ਤੋਂ ਵੀ ਆ ਰਹੀਆਂ। ਤੇ ਬਹੁਤ ਲੋਕ ਹੈ ਜਿਹੜੇ ਕਿ ਇਹਨਾਂ ਨੂੰ ਤਰਸਦੇ ਇਸ ਜਹਾਨ 'ਚੋਂ ਚਲੇ ਜਾਂਦੇ ਆ। ਇੱਕ ਬਜ਼ੁਰਗ ਕਈ ਸਾਲ ਪਹਿਲਾਂ ਆਏ ਸੀ, ਉਹਨਾਂ ਦੇ 8 ਬੇਟੇ ਸੀ ਲੇਕਿਨ 8 ਬੇਟਿਆਂ ਵਿੱਚੋਂ ਇੱਕ ਨੇ ਵੀ ਨਹੀਂ ਸੰਭਾਲਿਆ ਤੇ ਉਹ ਸੜਕ ਤੇ ਰੁਲਦੇ ਹੋਇਆਂ ਨੂੰ ਆਸ਼ਰਮ ਦੇ ਵਿੱਚ ਸਹਾਰਾ ਲੈਣਾ ਪਿਆ। ਜਿੱਥੇ ਅਸੀਂ ਸੋਚਦੇ ਹਾਂ ਕਿ ਸਾਡਾ ਸਮਾਜ ਬਹੁਤ ਅੱਗੇ ਵੱਧ ਗਿਆ, ਜਿੱਥੇ ਅਸੀਂ ਸੋਚਦੇ ਹਾਂ ਅਸੀਂ ਪੜ੍ਹ ਲਿਖ ਚੁੱਕੇ ਹਾਂ, ਅਸੀਂ ਤਰੱਕੀ ਕਰ ਲਈ ਹੈ, ਆਧੁਨਿਕ ਯੁੱਗ ਦੇ ਵਿੱਚ ਹੈ, ਉੱਥੇ ਹੀ ਇੱਦਾਂ ਦੀ ਕੁਰੀਤੀਆਂ ਦੇਖਣ ਨੂੰ ਮਿਲਦੀਆਂ ਨੇ ਜੋ ਅੱਜ ਫੇਰ ਵੱਡਾ ਸਵਾਲ ਖੜਾ ਕਰਦੀਆਂ ਨੇ ਕਿ ਕੀ ਸੱਚਮੁੱਚ ਸਾਡੀ ਸਮਝ ਅੱਗੇ ਵੱਧ ਚੁੱਕੀ ਹੈ, ਕਿ ਸੱਚਮੁੱਚ ਅਸੀਂ ਤਰੱਕੀ ਕਰ ਚੁੱਕੇ ਹਾਂ, ਕਿ ਸੱਚਮੁੱਚ ਅਸੀਂ ਐਜੂਕੇਟ ਹੋ ਚੁੱਕੇ ਹਾਂ, ਕਿ ਅਸੀਂ ਸੱਚਮੁੱਚ ਆਧੁਨਿਕ ਯੁੱਗ ਦੇ ਵਿੱਚ ਜੂ ਰਹੇ ਹਾਂ। ਇਹ ਜਦੋਂ ਸਵਾਲ ਖੜੇ ਹੁੰਦੇ ਨੇ ਉਦੋਂ ਖੜੇ ਹੁੰਦੇ ਨੇ ਜਦੋਂ ਅਸੀਂ ਇੱਦਾਂ ਦੀਆਂ ਕੁਰੀਤੀਆਂ ਦੇਖਦੇ ਹਾਂ ਕਿ ਜਦੋਂ ਕਿਸੇ ਦੇ ਘਰ ਦੇ ਵਿੱਚ ਧੀ ਜੰਮਦੀ ਹੈ ਤਾਂ ਉਸ ਨੂੰ ਐਕਸੈਪਟ ਨਹੀਂ ਕਰ ਪਾਉਂਦਾ, ਉਸ ਨੂੰ ਕਬੂਲ ਨਹੀਂ ਪਾਉਂਦਾ, ਉਸ ਨੂੰ ਕਈ ਵਾਰ ਤਾਂ ਕੂੜੇ ਦੇ ਢੇਰ ਦੇ ਵਿੱਚ ਸੁੱਟ ਦਿੱਤਾ ਜਾਂਦਾ, ਨਾਲਿਆਂ ਦੇ ਵਿੱਚ ਰੋੜ ਦਿੱਤਾ ਜਾਂਦਾ। ਪਰ ਫਿਰ ਵੀ ਅਸੀਂ ਸ਼ੁਕਰ ਮਨਾਉਂਦੇ ਹਾਂ ਕੁਝ ਅਜਿਹੇ ਮਾਂ-ਬਾਪ ਦਾ ਜਿਹੜੇ ਕਿ ਅਜਿਹੀ ਮਾੜੀ ਚੀਜ਼ ਕਰਨ ਤੋਂ ਚੰਗਾ ਕਿ ਉਸ ਨੂੰ ਪੰਘੂੜੇ ਦੇ ਵਿੱਚ ਛੱਡ ਜਾਂਦੇ ਨੇ, ਕੁਝ ਸੰਸਥਾਵਾਂ ਦੇ ਗੇਟ ਦੇ ਬਾਹਰ ਛੱਡ ਜਾਂਦੇ ਨੇ ਤਾਂ ਘੱਟੋ ਘੱਟ ਉਸ ਬੱਚੇ ਦੀ ਜ਼ਿੰਦਗੀ ਬਚ ਜਾਂਦੀ ਹੈ। ਹਾਲਾਂਕਿ ਕਿਸੇ ਵੀ ਬੱਚੇ ਨੂੰ ਆਪਣੇ ਘਰ ਪਰਿਵਾਰ ਤੋਂ ਮਾਂ-ਬਾਪ ਤੋਂ ਦੂਰ ਕਰ ਦੇਣਾ ਬਿਲਕੁਲ ਮਾੜਾ ਹੈ, ਬਿਲਕੁਲ ਇਹ ਬਹੁਤ ਵੱਡਾ ਪਾਪ ਹੈ। ਪਰ ਫਿਰ ਵੀ ਕੁਝ ਬੱਚੇ ਜਿਨ੍ਹਾਂ ਦੀ ਜ਼ਿੰਦਗੀ ਬਚ ਜਾਂਦੀ ਹੈ ਉਸ ਦੇ ਲਈ ਫਿਰ ਵੀ ਸ਼ੁਕਰ ਕਰਦੇ ਹਾਂ। ਇੱਦਾਂ ਦੀ ਇੱਕ ਛੋਟੀ ਜਿਹੀ ਬੱਚੀ ਨੂੰ ਕੋਈ ਕ੍ਰੈਡਲ ਦੇ ਵਿੱਚ ਪੰਘੂੜੇ ਦੇ ਵਿੱਚ ਛੱਡ ਗਿਆ ਪ੍ਰਭ ਆਸਰਾ ਸੰਸਥਾ ਦੇ ਬਾਹਰ। ਮਹਿਜ਼ 2 ਦਿਨ ਦੀ ਇਹ ਬੱਚੀ ਸੀਗੀ ਔਰ ਉਸ ਦੀ ਮਾਸੂਮੀਅਤ ਨੂੰ ਦੇਖੋਗੇ, ਉਹਦੇ ਚਿਹਰੇ ਨੂੰ ਦੇਖੋਗੇ ਤਾਂ ਤੁਸੀਂ ਬਿਲਕੁਲ ਇਹ ਸਵਾਲ ਕਰੋਗੇ ਕਿ ਕੀ ਉਸ ਨੂੰ ਜਿਉਣ ਦਾ ਹੱਕ ਨਹੀਂ ਹੈ, ਕੀ ਉਸ ਨੂੰ ਹੱਕ ਨਹੀਂ ਹੈ ਕਿ ਉਸ ਦੇ ਮਾਂ-ਬਾਪ ਦੇ ਕੋਲੋਂ ਪਲੇ, ਕੀ ਉਸ ਦਾ ਹੱਕ ਨਹੀਂ ਹੈ ਕਿ ਉਹ ਚੰਗੇ ਸਕੂਲ ਦੇ ਵਿੱਚ ਪੜ੍ਹੇ ਤੇ ਆਪਣੀ ਜ਼ਿੰਦਗੀ ਦੇ ਵਿੱਚ ਕੁਝ ਵੱਡਾ ਕਰਕੇ ਦਿਖਾਵੇ। ਆਓ ਤੁਹਾਨੂੰ ਦਿਖਾਉਂਦੇ ਹਾਂ ਮਾਸੂਮ ਚਿਹਰਾ ਜੋ ਕਿ ਸਾਡੇ ਨਾਲ ਹੈ। ਬੀਬੀ ਰਜਿੰਦਰ ਕੌਰ ਜੀ ਦੀ ਗੋਦ ਦੇ ਵਿੱਚ ਇਹ ਬੱਚਾ ਪਿਆ ਔਰ ਪ੍ਰਭਲੀਨ ਕੌਰ ਇਸ ਦਾ ਨਾਮ ਰੱਖਿਆ ਗਿਆ। ਸੋ ਇਸ ਚਿਹਰੇ ਨੂੰ ਦੇਖ ਕੇ ਬਿਲਕੁਲ ਇਹ ਸਵਾਲ ਦਿਲ ਦੇ ਵਿੱਚ ਜ਼ਰੂਰ ਆਉਂਦਾ ਹੈ ਕਿ ਕੀ ਇਸ ਦਾ ਹੱਕ ਨਹੀਂ ਸੀ ਕਿ ਆਪਣੇ ਮਾਪੇ ਦੀ ਗੋਦ ਦੇ ਵਿੱਚ ਪਲੇ। ਪਰ ਅਸੀਂ ਸ਼ੁਕਰ ਕਰਦੇ ਹਾਂ ਕਿ ਬੀਬੀ ਰਜਿੰਦਰ ਕੌਰ ਜੈਸੇ ਕੁਝ ਲੋਕ ਇੱਥੇ ਸਾਡੇ ਕੋਲ ਨੇ ਜੋ ਮਾਂ ਦਾ ਪਿਆਰ ਜਿਹੜਾ ਹੈ ਉਹਨਾਂ ਬੱਚਿਆਂ ਨੂੰ ਵੀ ਦਿੰਦੇ ਆ ਜਿਨ੍ਹਾਂ ਦੇ ਸਿਰ ਦੇ ਉੱਤੇ ਮਾਂ ਦਾ ਸਾਇਆ ਨਹੀਂ ਹੁੰਦਾ। ਮਾਵਾਂ ਕਹਿ ਲਓ ਚਾਹੇ ਪਿਓ ਕਹਿ ਲਓ, ਉਹ ਇੱਦਾਂ ਛੱਡ ਦਿੰਦੇ ਨੇ ਆਪਣੇ ਬੱਚੇ ਨੂੰ ਇਸ ਦੁਨੀਆ ਦੇ ਵਿੱਚ, ਪਰ ਪ੍ਰਭ ਆਸਰਾ ਦੇ ਵਿੱਚ ਉਸ ਨੂੰ ਸਹਾਰਾ ਮਿਲਦਾ ਹੈ। ਬਹੁਤ ਬਹੁਤ ਧੰਨਵਾਦ ਹੈ ਪਹਿਲਾਂ ਤਾਂ ਤੁਹਾਡਾ ਮੈਮ, ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਜੀ, ਧੰਨਵਾਦ ਜੀ। ਜੀ ਧੰਨਵਾਦ ਇਸ ਲਈ ਹੈ ਕਿ ਤੁਸੀਂ ਕੁਝ ਅਜਿਹਾ ਕਰ ਰਹੇ ਹੋ ਜਿਹੜਾ ਸ਼ਾਇਦ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੁੰਦੀ ਔਰ ਉਸ ਅਕਾਲ ਪੁਰਖ ਨੇ ਤੁਹਾਡੀ ਡਿਊਟੀ ਲਗਾਈ ਹੈ ਇਸ ਚੀਜ਼ ਦੇ ਉੱਤੇ, ਪਰ ਤੁਸੀਂ ਬਾਖੂਬੀ ਨਿਭਾ ਰਹੇ ਹੋ। ਮੈਂ ਜਦੋਂ ਵੀ ਆਉਂਦਾ ਮੈਂ ਦੇਖਦਾ ਦਿਨ ਰਾਤ ਇੱਥੇ ਮਿਹਨਤ ਹੁੰਦੀ ਹੈ ਔਰ ਇੱਦਾਂ ਦੇ ਬਹੁਤ ਸਾਰੇ ਬੱਚਿਆਂ ਨੂੰ ਜ਼ਿੰਦਗੀ ਮਿਲਦੀ ਹੈ। ਅਗਰ ਮੈਂ ਪ੍ਰਭਲੀਨ ਦੀ ਗੱਲ ਕਰਾਂ ਸੋ ਕੀ ਕਹਾਣੀ ਜੁੜੀ ਹੈ ਇਸ ਦੇ ਪਿੱਛੇ ਜੋ ਅਸੀਂ ਸ਼ੁਰੂ ਤੋਂ ਜਾਣਨਾ ਚਾਹਾਂਗੇ ਕਿ ਜਦੋਂ ਇਹ ਬੱਚੀ ਤੁਹਾਨੂੰ ਮਿਲੀ। ਸਭ ਤੋਂ ਪਹਿਲਾਂ ਤਾਂ ਮੈਂ ਆਪ ਸਭ ਦਾ ਅਤੇ ਸੰਗਤ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਕਿ ਪਰਮਾਤਮਾ ਦੀ ਕਿਰਪਾ ਨਾਲ ਹੀ ਸਾਨੂੰ ਉਹਨਾਂ ਨੇ ਸੋਝੀ ਬਖਸ਼ੀ, ਸੁੱਧ ਬੁੱਧ ਬਖਸ਼ੀ ਕਿ ਵੀ ਇਹ ਨਿਆਸਰਿਆਂ ਦਾ ਆਸਰਾ ਬਣੀਏ, ਕਿਉਂਕਿ ਉਹ ਕਿਸੇ ਇਨਸਾਨ ਦੇ ਥਰੂ ਹੀ ਕਰਵਾਉਂਦੇ ਹੈਗੇ ਆ ਅਤੇ ਉਹ ਅਸੀਂ ਵਡਭਾਗੇ ਸਮਝਦੇ ਹਾਂ ਆਪਣੇ ਆਪ ਨੂੰ ਕਿ ਉਹਨਾਂ ਨੇ ਸਾਨੂੰ ਇਸ ਸੇਵਾ ਲਈ ਪ੍ਰੇਰਿਆ ਵੀ ਅਤੇ ਸਾਨੂੰ ਸਿਲੈਕਟ ਵੀ ਕੀਤਾ। ਅਤੇ ਦੂਸਰੀ ਗੱਲ ਇਹ 11 ਤਰੀਕ ਨੂੰ 3:50 ਤੇ ਕ੍ਰੈਡਲ ਦੇ ਵਿੱਚ ਆਈ ਹੈ ਬੱਚੀ।
ਤੇ ਜਿੱਦਾਂ ਹੀ ਪਤਾ ਲੱਗਿਆ ਕਿਉਂਕਿ ਉੱਥੇ ਅਸੀਂ ਸੈਂਸਰ ਲਗਾਏ ਹੋਏ ਆ ਤੇ ਰਿਸੈਪਸ਼ਨ ਤੇ ਸਿਕਿਉਰਿਟੀ ਤੇ ਬੈਲਾਂ ਖੜਕਣੀਆਂ ਸ਼ੁਰੂ ਹੋ ਜਾਂਦੀਆਂ ਅੱਛਾ ਜਦੋਂ ਹੀ ਬੱਚਾ ਆਉਂਦਾ ਹੈਗਾ। ਤੇ ਸਾਨੂੰ ਉਦੋਂ ਹੀ ਪਤਾ ਲੱਗ ਗਿਆ ਕਿਉਂਕਿ ਸਾਨੂੰ 1 ਮਿੰਟ ਦੇਣਾ ਹੁੰਦਾ ਹੈ ਵੀ ਜਿਹੜਾ ਪਾ ਕੇ ਗਿਆ ਹੈਗਾ ਉਹਨੂੰ ਜਾ ਲੈਣ ਦਈਏ ਤਾਂ ਕਿ ਜਿਵੇਂ ਆਪ ਜੀ ਨੇ ਕਿਹਾ ਕਿ ਫਿਰ ਤੋਂ ਅਸੀਂ ਨਹੀਂ ਚਾਹੁੰਦੇ ਕਿ ਇਹਨਾਂ ਦੇ ਪੇਰੈਂਟਸ ਨੂੰ ਆਇਡੈਂਟੀਫਾਈ ਕਰੀਏ ਤੇ ਤਾਂ ਕਿ ਕੱਲ ਨੂੰ ਕੋਈ ਹੋਰ ਵੀ ਪਾਉਣ ਤੋਂ ਮੁਨਕਰ ਹੋ ਜਾਏ ਜਾਂ ਇਨਕਾਰ ਕਰੇ ਜਾਂ ਉਹ ਦੇਖਣ ਕਿ ਵੀ ਸਾਡਾ ਚਿਹਰਾ ਸਮਾਜ ਦੇ ਵਿੱਚ ਸਾਹਮਣੇ ਆਏਗਾ। ਉਹਦੇ ਨਾਲੋਂ ਫੇਰ ਵੀ ਭਲਾ ਹੈ ਜਦੋਂ ਅਸੀਂ ਕੂੜੇਦਾਨਾਂ ਦੇ ਵਿੱਚ ਦੇਖਦੇ ਹਾਂ, ਅਸੀਂ ਇਦਾਂ ਦੀ ਜਗ੍ਹਾ ਦੇ ਉੱਤੇ ਦੇਖਦੇ ਜਿੱਥੇ ਜ਼ਿੰਦਗੀ ਬਚਦੀ ਨਹੀਂ ਹੈ ਬੱਚੇ ਦੀ, ਉਹਦੇ ਨਾਲੋਂ ਫੇਰ ਵੀ ਭਲਾ ਹੈ। ਬਿਲਕੁਲ ਜੀ, ਬਹੁਤ ਜ਼ਰੂਰੀ ਹੈ ਬਿਕੋਜ਼ ਬਹੁਤ ਜ਼ਿਆਦਾ ਇੱਦਾਂ ਦੇ ਇਸ਼ੂਲੈਸ ਕਪਲ ਹੈ ਜਿਹੜੇ ਕਿ ਲਾਈਨਾਂ ਦੇ ਵਿੱਚ ਲੱਗੇ ਹੋਏ ਆ। ਜਦੋਂ ਦੀ ਬੱਚੀ ਆਈ ਹੈਗੀ ਹੈ ਤਕਰੀਬਨ ਹਜ਼ਾਰਾਂ ਦੀ ਤਾਦਾਦ ਵਿੱਚ ਰੈਗੂਲਰ ਕਾਲਸ ਆ ਰਹੀਆਂ, ਨੇੜੇ ਤੇੜੇ ਤੋਂ ਨਹੀਂ, ਬਾਹਰਲੀਆਂ ਸਟੇਟਸ ਤੋਂ, ਈਵਨ ਕਿ ਬਾਹਰਲੇ ਕੰਟਰੀਜ਼ ਤੋਂ ਵੀ ਆ ਰਹੀਆਂ। ਤੇ ਬਹੁਤ ਲੋਕ ਹੈ ਜਿਹੜੇ ਕਿ ਇਹਨਾਂ ਨੂੰ ਤਰਸਦੇ ਇਸ ਜਹਾਨ 'ਚੋਂ ਚਲੇ ਜਾਂਦੇ ਆ ਤੇ ਇਹ ਤਾਂ ਸੁਭਾਗ ਹੈ ਕਿ ਇਹਨਾਂ ਦਾ ਪਰਮਾਤਮਾ ਦੀ ਕਿਰਪਾ ਦੇ ਨਾਲ ਸਾਡੀਆਂ ਤਾਂ ਅਰਦਾਸਾਂ ਹੁੰਦੀਆਂ ਕਿ ਚੰਗੇ ਘਰ ਦੇ ਵਿੱਚ ਜਾਣ। ਓਬਵੀਅਸਲੀ ਜਦੋਂ ਵੀ ਇਹ ਅਡੋਪਸ਼ਨ ਦੇ ਵਿੱਚ ਪਏਗੀ ਬਿਕੋਜ਼ ਸਾਡੇ ਕੋਲੋਂ ਅਡੋਪਸ਼ਨ ਦੀ ਅਸੀਂ ਪ੍ਰੋਵੀਜ਼ਨ ਨਹੀਂ ਰੱਖੀ ਹੋਈ। ਸਾਨੂੰ ਉਹਨਾਂ ਨੇ ਕਈ ਵਾਰੀ ਕਿਹਾ ਅਡੋਪਸ਼ਨ ਏਜੰਸੀ ਬਣਾ ਲਓ, ਲੇਕਿਨ ਕਿਉਂਕਿ ਜਿਹੜੇ ਵਿਚਾਰੇ ਲਾਚਾਰ ਹੈਗੇ ਆ ਉਹਨਾਂ ਦੀਆਂ ਲੋੜਾਂ ਕਿਤੇ ਜ਼ਿਆਦਾ ਹੈਗੀਆਂ, ਇਹਨਾਂ ਨੂੰ ਫਿਰ ਵੀ ਅਡੋਪਟ ਕਰਨ ਵਾਲੇ ਬਹੁਤ ਆ ਜਾਂਦੇ ਹੈਗੇ ਆ। ਤੇ ਇਸੇ ਲਈ ਇਹਨਾਂ ਨੂੰ ਹੁਣ ਅੰਡਰ ਕਾਰਾ ਜੋ ਪ੍ਰੋਸੀਜਰ ਹੈਗਾ ਗਵਰਨਮੈਂਟ ਦਾ ਉਹਦੇ ਵਿੱਚ ਇਹ ਪ੍ਰੋਸੀਜਰ 'ਚ ਪੈ ਚੁੱਕੇ ਹੈਗੇ ਆ ਤੇ ਉਹ ਫਿਰ ਅਡੋਪਸ਼ਨ ਏਜੰਸੀ ਜਾਏਗੀ ਜਿੱਥੋਂ ਇਹ ਫਿਰ ਅੱਗੇ ਅਡੋਪਟ ਹੋ ਜਾਣਗੇ। ਰਾਈਟ। ਸੋ ਅਗਰ ਵੈਸੇ ਗੱਲ ਕੀਤੀ ਜਾਵੇ, ਅਸੀਂ ਇਹ ਦੇਖਦੇ ਹਾਂ ਕਿ ਅਸੀਂ, ਜਿਵੇਂ ਮੈਂ ਸ਼ੁਰੂਆਤੀ ਦੌਰ ਦੇ ਵਿੱਚ ਵੀ ਕਿਹਾ, ਕਿ ਅਸੀਂ ਤਰੱਕੀ ਕਰ ਚੁੱਕੇ ਹਾਂ, ਅਸੀਂ ਆਧੁਨਿਕ ਯੁੱਗ ਦੇ ਵਿੱਚ ਆ ਚੁੱਕੇ ਹਾਂ, ਪੜ੍ਹ ਲਿਖ ਚੁੱਕੇ ਹਾਂ, ਪਰ ਫਿਰ ਵੀ ਅਸੀਂ ਇਹੋ ਜਿਹੀਆਂ ਕੁਰੀਤੀਆਂ ਦੇਖਦੇ ਹਾਂ ਕਿ ਅੱਜ ਤੱਕ ਧੀ ਨੂੰ ਘਰ ਦੇ ਵਿੱਚ ਉਹ ਦਰਜਾ ਨਹੀਂ ਮਿਲਿਆ। ਕਿਉਂਕਿ ਜ਼ਿਆਦਾ ਗਿਣਤੀ ਅਸੀਂ ਇਹ ਦੇਖਦੇ ਹਾਂ, ਜੋ ਤੁਹਾਡੇ ਕੋਲ ਵੀ ਇੱਥੇ ਕਰੈਡਲ ਦੇ ਵਿੱਚ ਆਉਂਦੇ ਨੇ, ਪੰਗੂੜੇ ਦੇ ਵਿੱਚ ਲੋਕ ਛੱਡ ਜਾਂਦੇ, ਉਹਨਾਂ ਦੇ ਵਿੱਚ ਬਹੁ ਗਿਣਤੀ ਜਿਹੜੀ ਹੈਗੀ ਉਹ ਲੜਕੀਆਂ ਦੀ ਹੁੰਦੀ ਹੈ, ਧੀਆਂ ਦੀ ਹੁੰਦੀ ਹੈ। ਕਿਉਂ ਇੱਦਾਂ ਹੈ? ਤੁਸੀਂ ਵੀ ਕਿਸੇ ਦੀ ਧੀ ਹੋ ਤੇ ਤੁਸੀਂ ਇਸ ਦਰਦ ਨੂੰ ਸਮਝ ਸਕਦੇ ਹੋ। ਇੱਦਾਂ ਅੱਜ ਤੱਕ ਕਿਉਂ ਹੈ ਕਿ ਅਸੀਂ ਧੀਆਂ ਦੀ ਵੈਲਿਊ ਨੂੰ ਕਿਉਂ ਨਹੀਂ ਸਮਝ ਪਾਏ? ਬਹੁਤ ਵਧੀਆ ਸਵਾਲ ਹੈ ਆਪ ਜੀ ਦਾ। ਬਿਲਕੁਲ ਜੀ, ਕਿਤੇ ਨਾ ਕਿਤੇ ਹਜੇ ਵੀ ਸਾਡਾ ਸਮਾਜ ਉਸ ਲੈਵਲ 'ਤੇ ਆਪਣੀ ਸੋਚ ਨਹੀਂ ਬਦਲ ਸਕਿਆ, ਜਦ ਕਿ ਗੁਰੂ ਸਾਹਿਬਾਨਾਂ ਨੇ ਸਾਨੂੰ ਬਹੁਤ ਜ਼ਿਆਦਾ ਇਸ ਤੋਂ ਵਰਜਿਆ ਹੈਗਾ ਕਿ ਵੀ ਜਿਹੜੀ ਧੀ ਹੈ ਉਹ ਆਪਣੀ ਧੀ ਮੰਨ ਕੇ ਚੱਲੀਏ ਤੇ ਇੱਕ ਔਰਤ ਨੂੰ ਬਹੁਤ ਉੱਚਾ ਦਰਜਾ ਦਿੱਤਾ ਗਿਆ ਹੈਗਾ। ਤੇ ਸਾਡੇ ਕੁਛ ਅਸੀਂ ਗੁਰਬਾਣੀ ਤੋਂ ਸਿੱਖ ਵੀ ਨਹੀਂ ਲੈਂਦੇ ਤੇ ਸਾਡੇ ਜਿਹੜੇ ਸੰਸਕਾਰ ਹੈਗੇ ਆ ਉਹ ਵੀ ਉੱਦਾਂ ਦੇ ਨਹੀਂ ਹੈਗੇ। ਕਈ ਵਾਰੀ ਜਦੋਂ ਅਸੀਂ ਇਹਨਾਂ ਦੀ ਮੈਰਿਜ ਕਰਨੀ ਹੁੰਦੀ ਹੈ ਤੇ ਵੱਡੇ ਵੱਡੇ ਮਾਲ, ਵੱਡੇ ਵੱਡੇ ਹਾਲ ਵਗੈਰਾ ਬੁੱਕ ਕਰ ਲਈਦਾ ਤੇ ਉੱਥੇ ਖਰਚਾ ਵਾਧੂ ਕਰੀਦਾ ਤੇ ਕਈ ਤਾਂ ਇਹ ਖਰਚਿਆਂ ਤੋਂ ਡਰ ਜਾਂਦੇ ਆ ਕਿਉਂਕਿ ਹਰ ਇੱਕ ਕੋਈ ਨਹੀਂ ਕਰ ਸਕਦਾ ਹੈਗਾ, ਹਰ ਇੱਕ ਕੋਈ ਬੱਚੇ ਨੂੰ ਉਸ ਲੈਵਲ 'ਤੇ ਜਾ ਕੇ ਨਹੀਂ ਵਿਆਹ ਸਕਦਾ। ਅੱਜ ਕੱਲ੍ਹ ਤਾਂ ਜੇ ਅਸੀਂ ਦੇਖੀਏ ਕਿ ਇੱਕ ਫੀਮੇਲ ਤੇ ਇੱਕ ਮੇਲ ਬਰਾਬਰ ਦੇ ਹੈਗੇ ਆ, ਉਹ ਵੀ ਪੜ੍ਹ ਕੇ ਲਿਖ ਕੇ ਕਮਾਉਣ ਲਈ ਉਨਾ ਹੀ ਉਹ ਰੱਖਦੇ ਹੈਗੇ ਆ। ਬਟ ਕਿਤੇ ਕਿਤੇ ਹਜੇ ਵੀ ਦੇਖਿਆ ਜਾਂਦਾ ਹੈ ਕਿ ਜੇ ਤਾਂ ਲੋਕਲ ਸਕੂਲ ਹੈਗਾ ਪਿੰਡ ਦੇ ਵਿੱਚ, ਉਦੋਂ ਤੱਕ ਬੱਚੀ ਨੂੰ ਪੜ੍ਹਾਉਣਾ, ਨਹੀਂ ਤਾਂ ਬਾਹਰ ਨਹੀਂ ਭੇਜਣਾ। ਕਿਤੇ ਕਿਤੇ ਲੋਕ ਡਰਦੇ ਵੀ ਹੈਗੇ ਆ ਕਿਉਂਕਿ ਕਈ ਵਾਰੀ ਬੱਚੀਆਂ ਵੀ ਮੁਨਕਰ ਹੋ ਜਾਂਦੀਆਂ ਪੇਰੈਂਟਸ ਤੋਂ, ਗਲਤ ਸਟੈਪ ਲੈ ਲੈਂਦੇ ਆ, ਨਾ ਉਹ ਫਿਰ ਉਹ ਇੱਧਰ ਦੀਆਂ ਰਹਿੰਦੀਆਂ ਨਾ ਉੱਧਰ ਦੀਆਂ ਰਹਿੰਦੀਆਂ ਹੈਗੀਆਂ। ਸਾਨੂੰ ਇਹ ਸਮਝਣਾ ਪਏਗਾ ਪਰ ਇਹ ਗਲਤੀਆਂ ਤਾਂ ਅਸੀਂ ਦੇਖਿਆ ਕਿ ਲੜਕੇ ਵੀ ਕਰਦੇ ਨੇ। ਹੁਣ ਅਸੀਂ ਅਗਰ ਦੇਖੀਏ ਪੰਜਾਬ ਦੇ ਵਿੱਚ ਇੱਦਾਂ ਦੀ ਬਹੁਤ ਗਿਣਤੀ ਹੈਗੀ ਹੈ ਜਿੱਥੇ ਲੜਕਿਆਂ ਨੇ ਆਪਣੀ ਲਾਈਫ ਖਰਾਬ ਕਰ ਲਈ ਨਸ਼ਿਆਂ ਦੇ ਵਿੱਚ ਪੈ ਕੇ ਜਾਂ ਗਲਤ ਸੰਗਤਾਂ ਦੇ ਵਿੱਚ ਪੈ ਕੇ ਜਾਂ ਅਪਰਾਧਾਂ ਦੀ ਦੁਨੀਆ ਦੇ ਵਿੱਚ। ਇੱਦਾਂ ਦੀ ਬਹੁਤ ਸਾਰੀ ਖਬਰਾਂ ਨੇ। ਹਾਲਾਂਕਿ ਬੱਚੇ ਉਹ ਵੀ ਨੇ ਜਿਹੜੇ ਕਿ ਬਹੁਤ ਵੱਡਾ ਨਾਮ ਰੋਸ਼ਨ ਕਰ ਰਹੇ ਨੇ। ਪੰਜਾਬ ਦੁਨੀਆ ਭਰ ਤੱਕ ਅਗਰ ਜਾਣਿਆ ਜਾਂਦਾ ਤਾਂ ਉਹ ਯੂਥ ਕਰਕੇ ਹੀ ਜਾਣਿਆ ਜਾਂਦਾ, ਉਹਦੇ ਵਿੱਚ ਕੁੜੀਆਂ ਤੇ ਮੁੰਡੇ ਦੋਨੋਂ ਬਰਾਬਰ ਖੜੇ ਨੇ। ਤੇ ਪਰ ਫਿਰ ਵੀ ਧੀਆਂ ਨੂੰ ਅਸੀਂ ਪਿੱਛੇ ਪਤਾ ਨਹੀਂ ਕਿਉਂ। ਬਿਲਕੁਲ ਹੀ, ਮੈਂ ਇਹੀ ਕਹਿਣਾ ਚਾਹੁੰਦੀ ਸੀਗੀ ਕਿ ਅਸੀਂ ਉਹਨਾਂ ਨੂੰ ਤਾਂ ਇਗਨੋਰ ਕਰ ਦਿੰਦੇ ਆ, ਉਹਨਾਂ ਦੀਆਂ ਗਲਤੀਆਂ ਨੂੰ, ਲੇਕਿਨ ਧੀਆਂ ਦੀਆਂ ਗਲਤੀਆਂ ਨੂੰ ਕਈ ਵਾਰੀ ਨਹੀਂ ਇਗਨੋਰ ਕਰਦੇ। ਇਹ ਤਰਾਸ਼ਦੀ ਹੈ ਸਾਡੇ ਲਈ ਬਹੁਤ ਵੱਡੀ। ਈਵਨ ਕਿ ਜੇ ਅਸੀਂ ਉਹਨਾਂ ਨੂੰ ਅੱਛੇ ਸੰਸਕਾਰ ਦਈਏ ਤਾਂ ਇਸ ਲੈਵਲ ਤੱਕ ਤਾਂ ਨੌਬਤ ਆਉਣ ਦਾ ਮਤਲਬ ਹੀ ਨਹੀਂ ਪੈਦਾ ਹੁੰਦਾ। ਤੇ ਜੇ ਅੱਛੀ ਐਜੂਕੇਸ਼ਨ ਦਿੱਤੀ ਹੋਵੇ ਤਾਂ ਬੱਚੀ ਆਪਣੇ ਪੈਰਾਂ 'ਤੇ ਆਪ ਖੜੀ ਹੋ ਸਕਦੀ ਹੈਗੀ ਹੈ ਤੇ ਉਹਦਾ ਦਿਮਾਗ ਇੰਨਾ ਮਤਲਬ ਵੱਧ ਫੁੱਲ ਕੇ ਇੰਨਾ ਵਧੀਆ ਚੱਲਦਾ ਹੈਗਾ ਕਿ ਉਹ ਆਪਣੇ ਪਰਿਵਾਰ ਨੂੰ ਵੀ ਪਾਲ ਸਕਦੀ ਹੈ ਤੇ ਉਹਨਾਂ ਨੂੰ ਵੀ ਅੱਛੀ ਸਿੱਖਿਆ ਦੇ ਸਕਦੀ ਹੈ। ਤੇ ਸਾਡਾ ਸਾਰਿਆਂ ਦਾ ਰਲ ਮਿਲ ਕੇ ਹੀ ਫਰਜ਼ ਬਣਦਾ ਹੈ ਕਿ ਅਸੀਂ ਇਹਨਾਂ ਨੂੰ ਸੰਭਾਲੀਏ। ਇਹ ਮੈਂ ਇੱਥੇ ਸੰਸਥਾ ਦੀ ਗੱਲ ਕਰਾਂ, ਸਾਡੇ ਕੋਲ
ਕਈ ਬਜ਼ੁਰਗ ਇਦਾਂ ਦੇ ਪਹੁੰਚੇ ਆ। ਇੱਕ ਬਜ਼ੁਰਗ ਕਈ ਸਾਲ ਪਹਿਲਾਂ ਆਏ ਸੀ, ਉਹਨਾਂ ਦੇ 8 ਬੇਟੇ ਸੀ, ਅੱਛਾ ਲੇਕਿਨ 8 ਬੇਟਿਆਂ ਵਿੱਚੋਂ ਇੱਕ ਨੇ ਵੀ ਨਹੀਂ ਸੰਭਾਲਿਆ ਤੇ ਉਹ ਸੜਕ ਤੇ ਰੁਲਦੇ ਹੋਇਆਂ ਨੂੰ ਆਸ਼ਰਮ ਦੇ ਵਿੱਚ ਸਹਾਰਾ ਲੈਣਾ ਪਿਆ। ਤੇ ਕੀ ਕਵਾਂਗੇ ਕਿ ਜੇ ਕਿਸੇ ਦੀ ਇੱਕ ਬੇਟੀ ਹੁੰਦੀ ਹੈ, ਉਹ ਵੀ ਸੰਭਾਲਦੀ ਹੈ, ਉਹ ਵੀ ਚਾਹੇ ਆਪਣੇ ਸਹੁਰਿਆਂ ਦੇ ਨਾਲ ਮਤਲਬ ਅੱਗੇ ਉਹਨੂੰ ਕੁਝ ਕਹਿਣਾ ਹੀ ਪਵੇ ਕਿ ਨਹੀਂ ਮੇਰੇ ਮਾਂ-ਬਾਪ ਹੈਗੇ ਆ, ਵੀ ਇਹਨਾਂ ਨੇ ਮੈਨੂੰ ਬਚਪਨ ਤੋਂ ਪਾਲਿਆ ਪੋਸਿਆ, ਮੈਂ ਇਹਨਾਂ ਦੀ ਸੰਭਾਲ ਉੱਦਾਂ ਹੀ ਕਰਨੀ ਹੈ ਜਿਵੇਂ ਤੇ ਇਹ ਅੱਛੇ ਸੰਸਕਾਰ ਹੁੰਦੇ ਆ ਮਾਂ-ਬਾਪ ਵੱਲੋਂ। ਤੇ ਇਹੀ ਚਾਹੁੰਦੇ ਆ ਕਿ ਵੀ ਬੱਚਿਆਂ ਨੂੰ ਧੀਆਂ ਨੂੰ ਮੁੰਡਿਆਂ ਵਾਂਗੂ ਹੀ ਸਮਝਿਆ ਜਾਵੇ। ਜੀ ਅੱਛਾ, ਇੱਕ ਹੋਰ ਚੀਜ਼ ਮੈਨੂੰ ਜੋ ਲੱਗਦੀ ਆ, ਅਸੀਂ ਸਮਾਜ ਦੇ ਵਿੱਚ ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜ਼ਿਆਦਾ ਦੇਖ ਰਹੇ ਹਾਂ, ਔਰ ਕਿਉਂਕਿ ਤੁਸੀਂ ਕਾਉਂਸਲ ਵੀ ਕਰਦੇ ਹੋ ਬਹੁਤ ਸਾਰੇ ਲੋਕਾਂ ਨੂੰ, ਔਰ ਇੱਥੇ ਸੁਝਾਅ ਦਿੱਤਾ ਜਾਂਦਾ ਹੈ, ਸਮਝਾਇਆ ਜਾਂਦਾ ਹੈ, ਉਹਨਾਂ ਨੂੰ ਮੁਸ਼ਕਲਾਂ 'ਚੋਂ ਕੱਢਿਆ ਜਾਂਦਾ ਹੈ। ਇਸ ਲਈ ਤੁਹਾਡੇ ਤੋਂ ਮੈਂ ਔਨ ਸਕਰੀਨ ਇਹ ਸੁਜੈਸ਼ਨ ਜਿਹੜਾ ਹੈਗਾ ਉਹਨਾਂ ਲੋਕਾਂ ਲਈ ਲੈਣਾ ਚਾਹੁੰਦਾ। ਅੱਜ ਕੱਲ੍ਹ ਅਸੀਂ ਦੇਖਦੇ ਹਾਂ ਕਿ ਜਦੋਂ ਕਿਸੇ ਦੀ ਲਾਈਫ ਦੇ ਵਿੱਚ ਮੁਸ਼ਕਲਾਂ ਚੱਲ ਰਹੀਆਂ ਹੁੰਦੀਆਂ ਨੇ, ਯਾਨੀ ਕਿ ਜਿਹੜਾ ਕਪਲ ਹੁੰਦਾ ਹੈ, ਕਈਆਂ ਦੀ ਮੈਰਿਜ ਹੋ ਚੁੱਕੀ ਹੁੰਦੀ ਹੈ, ਕਈਆਂ ਦੀ ਨਹੀਂ ਵੀ ਹੋਈ ਹੁੰਦੀ, ਔਰ ਜਿਨ੍ਹਾਂ ਦੀ ਖਾਸ ਤੌਰ ਦੇ ਉੱਤੇ ਹੋਈ ਹੁੰਦੀ ਹੈ, ਨਵੀਂ ਮੈਰਿਜ ਹੁੰਦੀ ਹੈ, ਉਹਨਾਂ ਦੇ ਵਿੱਚ ਆਪਸੀ ਝਗੜੇ ਹੁੰਦੇ ਨੇ, ਉਹ ਸੁਲਝਾ ਨਹੀਂ ਪਾ ਰਹੇ ਹੁੰਦੇ, ਅਤੇ ਕਿਤੇ ਨਾ ਕਿਤੇ ਉਹ ਇਸ ਗੱਲ ਦਾ ਵੀ ਸਟੈਪ ਲੈ ਲੈਂਦੇ ਨੇ ਕਿ ਉਹ ਬੇਬੀ ਕਰ ਲੈਂਦੇ ਆ, ਬੱਚਾ ਕਰ ਲੈਂਦੇ ਆ, ਔਰ ਕਈ ਲੋਕਾਂ ਦੀ ਇਹ ਸਲਾਹ ਹੁੰਦੀ ਹੈ ਕਿ ਬੱਚੇ ਤੋਂ ਬਾਅਦ ਫਰਕ ਪੈ ਜਾਂਦਾ, ਪਰ ਕਈ ਵਾਰ ਉਹ ਨਹੀਂ ਪੈਂਦਾ, ਔਰ ਜਦੋਂ ਆਪਸੀ ਝਗੜਿਆਂ ਦੇ ਵਿੱਚ ਉਹਨਾਂ ਦਾ ਰਿਸ਼ਤਾ ਟੁੱਟਦਾ ਤਾਂ ਫਿਰ ਉਹ ਬੱਚੇ ਜਿਹੜੇ ਨੇ ਉਹ ਦਰ ਦੀਆਂ ਠੋਕਰਾਂ ਖਾਂਦੇ ਨੇ। ਕਈ ਵਾਰ ਤਾਂ ਉਹਨਾਂ ਨੂੰ ਇਸੇ ਤਰੀਕੇ ਦੇ ਨਾਲ ਜਿਹੜਾ ਕਿਸੇ ਕ੍ਰੈਡਲ ਦੇ ਵਿੱਚ, ਕਿਸੇ ਪੰਗੂੜੇ ਦੇ ਵਿੱਚ ਛੱਡ ਦਿੱਤਾ ਜਾਂਦਾ, ਜਾਂ ਫਿਰ ਉਹ ਪੂਰੀ ਜ਼ਿੰਦਗੀ ਉਸ ਚੀਜ਼ ਦੇ ਨਾਲ ਲੜਦੇ ਰਹਿੰਦੇ ਨੇ, ਸਮਾਜ ਤੋਂ ਵੀ ਚੰਗੀਆਂ ਮਾੜੀਆਂ ਗੱਲਾਂ ਸੁਣਦੇ ਰਹਿੰਦੇ ਨੇ, ਕਿਉਂਕਿ ਮਾਂ-ਬਾਪ ਇਕੱਠੇ ਨਹੀਂ ਹੁੰਦੇ। ਸੋ ਉਹਨਾਂ ਲੋਕਾਂ ਦੇ ਲਈ ਤੁਸੀਂ ਕੀ ਸਲਾਹ ਦੇਣਾ ਚਾਹੋਗੇ? ਤੁਹਾਡਾ ਕੀ ਸੁਝਾਅ ਹੈ? ਪ੍ਰਭ ਆਸਰਾ ਦਾ ਕੀ ਸੁਝਾਅ ਹੈ? ਮੈਂ ਇਹੀ ਕਹਿਣਾ ਚਾਹਾਂਗੀ ਕਿ ਆਪਾਂ ਨੂੰ ਜਦੋਂ ਇੱਕ ਮੈਰਿਜ ਹੁੰਦੀ ਹੈ, ਦੋ ਅਲੱਗ-ਅਲੱਗ ਸੰਸਕਾਰਾਂ ਵਾਲੇ ਪ੍ਰਾਣੀ ਇਕੱਠੇ ਹੁੰਦੇ ਹੈ। ਹੋ ਸਕਦਾ ਉਹਨਾਂ ਦਾ ਪਾਲਣ ਪੋਸ਼ਣ ਕਿਸੇ ਹੋਰ ਤਰੀਕੇ ਨਾਲ ਹੋਇਆ ਹੋਵੇ ਅਤੇ ਮੇਲ ਦਾ ਕਿਸੇ ਹੋਰ ਤਰੀਕੇ ਨਾਲ ਹੋਇਆ ਹੋਵੇ। ਜਦੋਂ ਇਕੱਠੇ ਆਉਂਦੇ ਹੈਗੇ ਆ ਤਾਂ ਐਡਜਸਟਮੈਂਟਸ ਕਰਨ ਨੂੰ ਟਾਈਮ ਲੱਗ ਜਾਂਦਾ, ਅਤੇ ਸਾਨੂੰ ਹਮੇਸ਼ਾ ਇਹ ਕੋਸ਼ਿਸ਼ ਸਾਡੀ ਰਹਿਣੀ ਚਾਹੀਦੀ ਹੈ, ਈਵਨ ਕਿ ਜਿਸ ਪੇਰੈਂਟਸ ਦੇ ਕੋਲ ਉਹ ਆ ਰਹੇ ਆ ਉਹਨਾਂ ਦੀ ਵੀ ਇਹੀ ਚਾਹੀਦੀ ਹੈ ਕਿ ਵੀ ਸਾਨੂੰ ਪਹਿਲਾਂ ਸਾਰਿਆਂ ਨੇ ਐਡਜਸਟਮੈਂਟਸ ਕਰਨੀਆਂ ਹੈਗੀਆਂ। ਉਹਨੂੰ ਕੋਸ਼ਿਸ਼ ਕਰਨੀ ਹੈ ਕਿ ਉਹ ਸਾਡੇ ਮਾਹੌਲ 'ਚ ਢਲੇ, ਅਤੇ ਆਪ ਕੋਸ਼ਿਸ਼ ਕਰਨੀ ਹੈ ਕਿ ਉਹਨਾਂ ਦੇ ਮਾਹੌਲ 'ਚ ਢਲ ਜਾਈਏ। ਇੱਕ ਲੈਵਲ ਉਹ ਆ ਜਾਂਦਾ ਜਦੋਂ ਉਸ ਚੀਜ਼ 'ਚ ਕੋਈ ਫਰਕ ਨਹੀਂ ਲੱਗਦਾ ਕਿ ਕਦੇ ਅਸੀਂ ਕਿਸੇ ਦੇ ਨਾਲ ਐਡਜਸਟਮੈਂਟਸ ਕੀਤੀਆਂ ਸੀ। ਬਾਕੀ ਜਿੰਨੀਆਂ ਅਸੀਂ ਜ਼ਿਆਦਾ ਐਕਸਪੈਕਟੇਸ਼ਨਸ ਰੱਖ ਲੈਂਦੇ, ਕਿਉਂਕਿ ਹਰ ਚੀਜ਼ 'ਚ ਅਸੀਂ ਐਕਸਪੈਕਟੇਸ਼ਨ ਕਰਦੇ ਹਾਂ, ਮੇਰਾ ਘਰ ਵਾਲਾ ਇੱਦਾਂ ਦਾ ਹੋਵੇ, ਜੇ ਉਹ ਬਿਜ਼ੀ ਹੈ ਤਾਂ ਨਹੀਂ ਮੈਨੂੰ ਉਹ ਘੁਮਾਉਣ ਲੈ ਕੇ ਜਾਵੇ, ਜੇ ਉਹ ਫੀਮੇਲ ਵਾਲਾ ਹੈ ਕਿ ਨਹੀਂ ਉਹ ਮੇਰੀ ਹੀ ਗੱਲ ਸੁਣੇ, ਹੋਰ ਕਿਸੇ ਦੀ ਗੱਲ ਨਾ ਸੁਣੇ, ਆਪਣੇ ਪੇਰੈਂਟਸ ਦੀ ਗੱਲ ਨਾ ਸੁਣੇ। ਇਹ ਜਦੋਂ ਸਾਡੀਆਂ ਐਕਸਪੈਕਟੇਸ਼ਨਸ ਘੱਟ ਗਈਆਂ ਤਾਂ ਪ੍ਰੋਬਲਮਸ ਬਿਲਕੁਲ ਖ਼ਤਮ ਹੀ ਹੋ ਜਾਣਗੀਆਂ। ਅਤੇ ਬਾਕੀ ਇੱਕ ਗੁੱਸਾ, ਜੇ ਅਸੀਂ ਕਦੇ ਮਤਲਬ ਕਈ ਵਾਰੀ ਹਰ ਇੱਕ ਇਨਸਾਨ ਹੈਗਾ ਥੋੜ੍ਹੀ ਬਹੁਤੀ ਗਲਤੀ ਕਰ ਲੈਂਦਾ, ਪਿਆਰ ਦੇ ਨਾਲ ਬੈਠ ਕੇ ਉਸ ਮਸਲੇ ਨੂੰ ਹੱਲ ਕਰ ਲਈਏ, ਸੁਲਝਾ ਲਈਏ। ਚਾਹੇ ਤੁਸੀਂ ਪੇਰੈਂਟਸ ਦੇ ਨਾਲ ਬੈਠ ਜਾਓ, ਚਾਹੇ ਆਪ ਇਕੱਲੇ ਬੈਠ ਜਾਓ, ਕਿ ਇਸ ਦਾ ਕਿੱਦਾਂ ਹੱਲ ਕੱਢਿਆ ਜਾ ਸਕਦਾ ਹੈਗਾ, ਅਤੇ ਓਬਵੀਅਸਲੀ ਹੱਲ ਨਿਕਲਦੇ ਹੈਗੇ ਆ। ਅੱਗੇ ਤੋਂ ਬੰਦਾ ਸਮਝਦਾ ਵੀ ਹੈ ਕਿ ਆਪਾਂ ਇੱਦਾਂ ਨਹੀਂ ਕਰਨਾ ਹੈਗਾ, ਇਹਦੇ ਕੀ ਪ੍ਰੋਨਸ ਐਂਡ ਕੌਨਸ ਹੈਗੇ ਆ ਉਹ ਸਾਰਾ ਸਮਝ ਕੇ, ਅਤੇ ਆਪਸੀ ਮਤਲਬ ਥੋੜ੍ਹੀ ਜਿਹੀ ਐਡਜਸਟਮੈਂਟ ਦੇ ਨਾਲ ਅਤੇ ਗੱਲਬਾਤ ਦੇ ਨਾਲ ਅਸੀਂ ਕਈ ਵਾਰੀ ਉਹ ਮਸਲਾ ਬਹੁਤ ਛੋਟਾ ਜਿਹਾ ਹੁੰਦਾ, ਲੇਕਿਨ ਸਾਡੀ ਈਗੋ ਉਹ ਜੇ ਹਰਟ ਹੋ ਜਾਏ ਤਾਂ ਅਸੀਂ ਉਹਨੂੰ ਇੱਕ ਬਹੁਤ ਵੱਡੀ ਪ੍ਰੋਬਲਮ ਬਣਾ ਦਿੰਦੇ ਹਾਂ। ਅਤੇ ਕੋਸ਼ਿਸ਼ ਕਰੀਏ ਕਿ ਈਗੋ ਨੂੰ ਅੱਗੇ ਨਾ ਆਉਣ ਦਈਏ, ਕਿਉਂਕਿ ਇਹਦੇ ਨਾਲ ਅੱਗੇ ਇੱਦਾਂ ਦੀਆਂ ਲਾਈਫਸ, ਬੱਚਿਆਂ ਦੀ ਵੀ ਲਾਈਫ ਖਰਾਬ ਹੋ ਜਾਂਦੀ ਹੈ। ਅਤੇ ਬਹੁਤ ਮਤਲਬ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ। ਜ਼ਰੂਰੀ ਨਹੀਂ ਹੁੰਦਾ ਕਿ ਅੱਜ ਜੇ ਤੁਸੀਂ ਉਹ ਕਪਲ ਇੱਕ ਆਪਸ 'ਚ ਡਾਈਵੋਰਸ ਹੋ ਗਿਆ ਕਿ ਅਗਲਾ ਜਿਹੜਾ ਇਨਸਾਨ ਤੁਹਾਨੂੰ ਮਿਲੇ ਬਹੁਤ ਅੱਛਾ ਮਿਲੇ। ਹੋ ਸਕਦਾ ਉਹ ਸ਼ਰਾਬੀ ਕਬਾਬੀ ਮਿਲ ਜਾਏ ਜਾਂ ਹੋਰ ਕੋਈ ਪ੍ਰੋਬਲਮ ਹੋ ਜਾਏ। ਤਾਂ ਸਾਨੂੰ ਇਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਸਾਡੇ ਮਾਂ-ਬਾਪ ਨੇ ਸਾਡੇ ਲਈ ਬਹੁਤ ਭਲਾ ਹੀ ਸੋਚਿਆ ਹੁੰਦਾ, ਕੋਸ਼ਿਸ਼ ਕਰੀਏ ਕਿ ਆਪਸ 'ਚ ਐਡਜਸਟਮੈਂਟ ਕਰਕੇ ਜਿੰਨੀ ਸੈਟਲਮੈਂਟ ਹੋ ਸਕਦੀ ਹੈ ਕਰਦੇ ਰਹੀਏ। ਅਤੇ ਜੇ ਮੇਰੇ ਖਿਆਲ ਨਾਲ ਜੇ ਬੱਚਾ ਹੋ ਗਿਆ ਹੈ ਤਾਂ ਉਸਦੇ ਭਵਿੱਖ ਬਾਰੇ ਵੀ ਧਿਆਨ ਦੇਣਾ ਜ਼ਰੂਰੀ ਹੈ, ਅਤੇ ਜੇਕਰ ਨਹੀਂ ਹੋਇਆ ਤਾਂ ਪਹਿਲਾਂ ਆਪਸ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰਕੇ ਫਿਰ ਹੀ ਬੱਚਿਆਂ ਦਾ ਡਿਸੀਜਨ ਲਿਆ ਜਾਵੇ। ਮੇਰੇ ਖਿਆਲ ਨਾਲ ਇਹ ਵੀ ਬਹੁਤ ਵਧੀਆ ਚੀਜ਼ ਹੈ, ਜਿਵੇਂ ਕਿ ਅੱਜ ਕੱਲ੍ਹ ਲੋਕ ਫੈਮਲੀਜ਼ ਪਲਾਨ ਕਰਨ ਲੱਗ ਗਏ ਨੇ, ਸੋ ਉਹਦੇ ਨਾਲ ਬੱਚਿਆਂ ਨੂੰ ਘੱਟੋ ਘੱਟ ਇਹ ਚੀਜ਼ਾਂ ਨਹੀਂ ਦੇਖਣੀਆਂ ਪੈਂਦੀਆਂ। ਅਗਰ ਮੈਂ ਹੁਣ ਇਹਦੀ ਗੱਲ ਕਰਾਂ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਹ ਬੱਚਾ ਜਿਹੜਾ ਹੈ ਪ੍ਰਭਲੀਨ ਕੌਰ, ਮੈਂ ਨਾਮ ਤੋਂ ਹੀ ਬੁਲਾਵਾਂਗਾ, ਪ੍ਰਭਲੀਨ ਕੌਰ ਬੜੀ ਪਿਆਰੀ ਬੱਚੀ ਹੈ,
ਸੋ ਇਸ ਦੇ ਲਈ ਹੁਣ ਅੱਗੇ ਦਾ ਪ੍ਰੋਸੀਜਰ ਜਿਹੜਾ ਸੈੱਟ ਹੋ ਗਿਆ। ਤੇ ਵੈਸੇ ਅਗਰ ਗੱਲ ਕਰੀਏ ਜਿਹੜੇ ਬੱਚੇ ਤੁਹਾਡੇ ਕੋਲ ਰਹਿ ਜਾਂਦੇ ਨੇ ਜਾਂ ਤੁਸੀਂ ਅੱਗੇ ਜਿਹੜੇ ਪ੍ਰੋਸੀਜਰ 'ਚ ਨਹੀਂ ਜਾਂਦੇ, ਉਹਨਾਂ ਦੀ ਦੇਖਭਾਲ ਕਿਵੇਂ ਪ੍ਰਭ ਆਸਰਾ ਕਰਦਾ ਹੈਗਾ ਔਰ ਉਹਨਾਂ ਦੇ ਫਿਊਚਰ ਬਾਰੇ ਕਿਵੇਂ ਪਲਾਨ ਕਰਦਾ, ਇਹ ਵੀ ਥੋੜ੍ਹਾ ਜਿਹਾ ਹਾਂਜੀ, ਇਹਨਾਂ ਦਾ ਤਾਂ ਪ੍ਰੋਸੀਜਰ ਅਡਾਪਸ਼ਨ ਪ੍ਰੋਸੀਜਰ ਵਿੱਚ ਪੈ ਚੁੱਕਿਆ, ਕਿਉਂਕਿ ਜਿਹੜੇ ਕ੍ਰੈਡਲ 'ਚ ਆਏ ਆ ਜਾਂ ਲੀਗਲੀ ਫ੍ਰੀ ਹੋ ਸਕਦੇ ਹੈਗੇ ਬੱਚੇ ਜਿਨ੍ਹਾਂ ਨੂੰ ਨਵੇਂ ਪੇਰੈਂਟਸ ਮਿਲ ਸਕਦੇ ਆ, ਉਹ ਤਾਂ ਅਡਾਪਸ਼ਨ ਵਿੱਚ ਚਲੇ ਜਾਂਦੇ ਆ। ਬਟ ਜਿਹੜੇ ਬੱਚੇ ਸਾਡੇ ਕੋਲ ਜਿਵੇਂ ਕਿਸੇ ਦੀ ਮਾਂ ਨੇ ਇੱਥੇ ਆ ਕੇ ਜਨਮ ਦਿੱਤਾ ਜਾਂ ਮਾਂ ਦੇ ਨਾਲ ਕੁਝ ਬੱਚੇ ਮਿਲੇ ਹੈਗੇ ਆ ਜਾਂ ਕੁਝ ਮਿਸਿੰਗ ਬੱਚੇ ਹੈਗੇ ਆ, ਔਰਫਨ ਹੈਗੇ ਆ, ਜਿਨ੍ਹਾਂ ਦੇ ਮਦਰ ਫਾਦਰ ਬਾਅਦ ਵਿੱਚ ਲੱਭੇ ਜਾ ਸਕਦੇ ਹੈਗੇ ਆ, ਉਹਨਾਂ ਵਾਸਤੇ ਐਜੂਕੇਸ਼ਨ ਦੀ ਪ੍ਰੋਵੀਜ਼ਨ ਹੈਗੀ ਹੈ, ਚਾਹੇ ਉਹ ਸਪੈਸ਼ਲ ਬੱਚੇ ਹੈ ਚਾਹੇ ਉਹ ਨਾਰਮਲ ਹੈਗੇ। ਨਾਰਮਲ ਅਲੱਗ-ਅਲੱਗ ਸਕੂਲਾਂ ਵਿੱਚ ਬਾਹਰ ਨਜ਼ਦੀਕੀ ਜਾਂਦੇ ਹੈਗੇ ਆ ਤੇ ਤਕਰੀਬਨ ਸਾਡੇ 50+ ਬੱਚੇ ਅਲੱਗ-ਅਲੱਗ ਸਕੂਲਾਂ ਵਿੱਚ ਪੜ੍ਹ ਰਹੇ ਹੈਗੇ ਆ। ਤੇ ਇਸ ਤੋਂ ਇਲਾਵਾ ਜਿਹੜੇ ਸਪੈਸ਼ਲ ਬੱਚੇ ਹੈਗੇ ਆ ਉਹਨਾਂ ਵਾਸਤੇ ਸਪੈਸ਼ਲ ਐਜੂਕੇਟਰਸ ਹੈਗੇ ਆ, ਉਹਨਾਂ ਦੀਆਂ ਗੇਮਸ ਵੱਲ ਵੀ ਬਹੁਤ ਧਿਆਨ ਦਿੱਤਾ ਜਾਂਦਾ। ਸਪੈਸ਼ਲ ਓਲੰਪਿਕਸ ਹੁਣ ਵੀ 3 ਬੱਚੇ ਐਥਲੈਟਿਕਸ 'ਚ ਜਾ ਕੇ ਆਏ ਆ, 2 ਬੱਚੇ ਫੁੱਟਬਾਲ 'ਚ ਨੈਸ਼ਨਲ ਖੇਲ ਕੇ ਆਏ ਹੈਗੇ ਆ ਤੇ ਹੁਣ ਇੱਕ ਬੱਚੀ ਟੇਬਲ ਟੈਨਿਸ 'ਚ ਜਾ ਰਹੀ ਹੈ ਨੈਸ਼ਨਲ ਖੇਲਣ। ਤੇ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਨਾਲ ਉਹਨਾਂ ਨੂੰ ਕੋ ਸਰਕੂਲਰ ਐਕਟੀਵਿਟੀਜ਼ 'ਚ ਵੀ ਇਨਵੋਲਵ ਕੀਤਾ ਜਾਏ, ਵੋਕੇਸ਼ਨਲ ਟ੍ਰੇਨਿੰਗ 'ਚ ਵੀ ਇਨਵੋਲਵ ਕੀਤਾ ਜਾਏ। ਹੁਣ ਬੱਚਿਆਂ ਨੇ 4 ਬੱਚਿਆਂ ਨੇ 10th ਦੇ ਐਗਜ਼ਾਮ ਦਿੱਤੇ ਸੀਗੇ, ਬਹੁਤ ਅੱਛੇ ਮਾਰਕਸ 93% ਤੋਂ 83% ਦੇ ਵਿੱਚੋਂ ਵਿੱਚ ਚਾਰੋਂ ਬੱਚਿਆਂ ਨੇ ਮਾਰਕਸ ਲਏ ਹੈਗੇ ਆ। ਤੇ ਉਹਨਾਂ ਨੂੰ ਛੁੱਟੀਆਂ ਦੇ ਵਿੱਚ ਉਹਨਾਂ ਨੂੰ ਟੇਲਰਿੰਗ ਐਂਡ ਸਟਿਚਿੰਗ ਤੇ ਐਮਬਰਾਇਡਰੀ ਵਗੈਰਾ ਸਿਖਾਈ ਗਈ ਤਾਂ ਕਿ ਵੀ ਉਹਨਾਂ ਦੀ ਲਾਈਫ ਦੇ ਵਿੱਚ ਉਹ ਚੀਜ਼ ਕੰਮ ਆ ਸਕੇ। ਹਾਂਜੀ, ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਇਹਨਾਂ ਨੂੰ ਸਾਰੀਆਂ ਐਕਟੀਵਿਟੀਜ਼ ਦੇ ਵਿੱਚ ਇਨਵੋਲਵ ਕੀਤਾ ਜਾਵੇ ਤਾਂ ਕਿ ਉਹ ਆਪਣੀ ਲਾਈਫ 'ਚ ਕਿਤੇ ਵੀ ਜਾਣ ਮਾਰ ਨਾ ਖਾਣ ਤੇ ਅੱਛੇ ਮਤਲਬ ਉਹਨਾਂ ਨੂੰ ਐਟੀਕੇਟਸ, ਪਰਸਨੈਲਿਟੀ ਡਿਵੈਲਪਮੈਂਟ 'ਤੇ ਗੱਲਬਾਤ ਕੀਤੀ ਜਾਂਦੀ ਹੈਗੀ ਹੈ। ਬਾਕੀ ਹਰ ਹਫਤੇ ਗੁਰਬਾਣੀ ਦਾ ਇੱਕ ਸੈਸ਼ਨ ਹੁੰਦਾ ਹੈਗਾ ਜਿਹਦੇ ਵਿੱਚ ਗੁਰਦੁਆਰਾ ਸਾਹਿਬ ਜਾ ਕੇ ਸਾਰੇ ਬੱਚੇ ਆਪ ਹੀ ਪਾਠ ਕਰਦੇ, ਕੀਰਤਨ ਕਰਦੇ ਹੈਗੇ ਆ ਤੇ ਡਿਸਕਸ਼ਨਸ ਕਰਦੇ ਹੈਗੇ ਆ। ਸਾਡੀ ਇਹੀ ਕੋਸ਼ਿਸ਼ ਹੈ ਕਿ ਵੀ ਉਹ ਅੱਛੇ ਇਨਸਾਨ ਬਣ ਕੇ ਉਭਰਨ। ਜੀ। ਬੀਬੀ ਰਾਜਿੰਦਰ ਕੌਰ ਜੀ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਅਸੀਂ ਕਿ ਤੁਸੀਂ ਬਹੁਤ ਚੰਗੀ ਸੇਵਾ ਨਿਭਾ ਰਹੇ ਹੋ ਔਰ ਪ੍ਰਭ ਆਸਰਾ ਪੂਰੀ ਸੰਸਥਾ, ਪੂਰੀ ਟੀਮ ਜਿਹੜੀ ਹੈ ਉਹ ਪੱਬਾਂ ਭਾਰ ਰਹਿੰਦੀ ਆ ਹਮੇਸ਼ਾ ਭਲਾਈ ਦੇ ਕੰਮਾਂ ਲਈ। ਹਾਲਾਂਕਿ ਬਾਹਰ ਕ੍ਰੈਡਲ ਲੱਗਿਆ ਪਰ ਮੈਂ ਤੇ ਜਦੋਂ ਵੀ ਉਹਨੂੰ ਦੇਖਦਾ ਮੈਂ ਇਹੀ ਸੋਚਦਾ, ਮੇਰੇ ਦਿਲ 'ਚੋਂ ਇਹ ਦੁਆ ਨਿਕਲਦੀ ਹੈ ਕਿ ਹੇ ਰੱਬਾ ਇਹਦੇ ਵਿੱਚ ਕਿਸੇ ਬੱਚੇ ਨੂੰ ਨਾ ਹੀ ਲੈ ਕੇ ਆਵੀਂ, ਹੈ ਨਾ, ਸਾਰੇ ਬੱਚੇ ਆਪਣੇ ਮਾਪਿਓ ਦੇ ਨਾਲ ਖੁਸ਼ ਰਹਿਣ। ਸੋ ਮੇਰੇ ਖਿਆਲ ਨਾਲ ਇਹੀ ਅਰਦਾਸ ਜਿਹੜੀ ਹੈ, ਪਰ ਜੇਕਰ ਉੱਥੇ ਕੋਈ ਆ ਵੀ ਜਾਂਦਾ ਹੈ ਤਾਂ ਪ੍ਰਭ ਆਸਰਾ ਉਹਨੂੰ ਸੰਭਾਲਣ ਲਈ ਹੈਗਾ। ਸੋ ਬਹੁਤ-ਬਹੁਤ ਧੰਨਵਾਦ ਜੀ ਸਾਡੇ ਨਾਲ ਗੱਲ ਕਰਨ ਲਈ। ਬਹੁਤ-ਬਹੁਤ ਧੰਨਵਾਦ ਜੀ।